बिस्मिल्लाहिर्रहमानिर्रहीम अस्सलामुअलैकुम। मैं हूं हाजी मोहम्मद अमीन खोखर और आप देख रहे हैं 1 बाय 1 न्यूज़ चैनल HD। नाजरीन, मैं इस वक्त उस घर में मौजूद हूं जो कि फैसलाबाद के इलाका गोखुआल चक नंबर 121 ज़िया शहीद कॉलोनी में, जहां पर एक माँ बुढ़ापा अपनी बेटी के साथ बसर कर रही है और बेटी वो जिसका ज़हनी तवाज़न भी दुरुस्त नहीं है। उसका एक बेटा है जिसका नाम अब्बास है। उस पर यहाँ के बाअसर अफराद ने मुकदमा दर्ज करवाया था और इनके घर की कंडीशन भी हम आपको दिखाएंगे और ये बहुत ही दर्दनाक किस्म की स्टोरी है नाजरीन, जो आपके साथ शेयर करेंगे। आपको मेरा कैमरामैन उनके घर की हालत दिखाता है कि किस तरह ये लोग यहाँ ज़िंदगी बसर कर रहे हैं। एक माँ बुढ़ापे में अपनी बेटी को साथ लेकर उसके साथ रहती है जिसका ज़हनी तवाज़न भी दुरुस्त नहीं है और उसका एक ही बेटा है जो कि बीमार था और चंद रोज़ पहले वो रहा होकर आया झूठे मुकदमे से। हम उनसे पूछेंगे और उन्हीं की ज़बानी आपको ये सब कुछ सुनाएंगे। जी नाज़रीन, मेरे साथ इस वक्त माँ जो कि अपनी बेटी के साथ इस घर में ज़िंदगी बसर कर रही है वो भी बैठी है और फैमिली के मेंबरान में से अब्बास वो भी मेरे साथ बैठा है। आइए पूछते हैं इनसे इन्हीं की ज़ुबानी कि क्या इनके साथ वाक़या पेश आया और ये मामला क्या है। जी अस्सलाम वालेकुम। ਵਾਲੇਕੁਮ ਸਲਾਮ ਜੀ। ਮੈਨੂੰ ਰਾਤ ਨੂੰ 2:30 ਵਜੇ ਲੈ ਗਏ ਪੁਲਿਸ ਵਾਲੇ ਚੱਕ ਕੇ। ਠੀਕ ਆ, ਉਹਨਾਂ ਨੂੰ ਮਾਰਿਆ ਕੁੱਟਿਆ, ਪਹਿਲੇ ਜਾਂਦੇ ਮੈਨੂੰ ਬੰਦ ਕਰਤਾ ਤੇ ਕਹਿੰਦੇ ਤੂੰ ਦੱਸ ਵੀ ਡਕੈਤੀਆਂ ਕਿੰਨੀਆਂ ਕੀਤੀਆਂ। ਮੈਂ ਕਿਹਾ ਸਰ ਮੈਂ ਕੋਈ ਵੀ ਨਹੀਂ ਕੀਤੀ ਹੈਗੀ। ਠੀਕ ਹੈ, ਨਾਲ ਚੇਅਰਮੈਨ ਸੀ, ਚੇਅਰਮੈਨ ਕਹਿੰਦਾ ਤੂੰ ਕੀਤੀਆਂ ਵਾ ਮੰਨ। ਮੈਂ ਕਿਹਾ ਮੈਂ ਕੋਈ ਨਹੀਂ ਕੀਤੀ ਹੈਗੀ। क्या नाम है उसका? शफकत चेयरमैन, शफकत। शफकत अली। हाँ जी, चेयरमैन। किस थाने में आपको रखा है? ठिकरीवाला थाने में। ठीकरी वाले थाना हाँ में? जी, ये ऐसे ही था मेरा बाबर जमील वो। बाबर जमील ये सही हाँ जी, ठीकरी वाला थाना। ਠੀਕਰੀਵਾਲਾ ਥਾਣਾ हाँ वो। जी। ਮੈਨੂੰ ਮਾਰਨ ਨੂੰ ਵੀ ਦੇ ਸੀਗੇ, ਮੈਨੂੰ ਕਹਿੰਦੇ ਡਕੈਤੀਆਂ ਮਾਰਨ। ਮੈਂ ਕਿਹਾ ਮੈਂ ਕੋਈ ਵੀ ਨਹੀਂ ਕੀਤੀ। ਮੈਂ ਤਾਂ 2 ਮਹੀਨੇ ਰਿਹਾ, ਉਹ ਕਦੀ ਮੈਨੂੰ ਮਾਰ ਕੇ ਉੱਥੇ ਲੈ ਜਾਂਦੇ ਸੀਗੇ ਭੱਠੇ ਤੇ, ਕਦੀ ਸਾਰੀ ਸਾਰੀ ਦਿਹਾੜੀ ਰੱਖਦੇ ਸੀਗੇ, ਨਾ ਰੋਟੀ ਨਾ ਪਾਣੀ। ਕਦੀ ਹਵੇਲੀ 'ਚ ਲੈ ਜਾਂਦੇ ਸੀਗੇ, ਕਦੀ ਮੈਂ ਰਾਤ 2-2 ਦਿਨ ਥਾਣੇ ਨਹੀਂ ਸੀ ਜਾਂਦਾ ਹੈਗਾ। ਉੱਥੇ ਵੀ ਮੈਨੂੰ ਮਾਰਦੇ, ਥਾਣੇ 'ਚ ਵੀ ਮਾਰਦੇ ਹੁੰਦੇ ਸੀਗੇ। ਕਹਿੰਦੇ ਤੂੰ ਡਕੈਤੀਆਂ ਮਾਰਨ। ਮੈਂ ਕਿਹਾ ਮੈਂ ਕੋਈ ਵੀ ਨਹੀਂ ਕੀਤੀ। ਤੇ ਕਾਕਾ ਚੇਅਰਮੈਨ ਆਉਂਦਾ ਸੀਗਾ ਸਾਡੇ ਕੋਲ, ਆ ਕੇ ਦੂਜੇ ਤੀਜੇ ਦਿਨ ਮੈਨੂੰ ਹੌਸਲਾ ਦੇ ਦਿੰਦਾ ਤੈਨੂੰ ਅੱਜ ਲੈ ਜਾਵਾਂਗੇ, ਕੱਲ੍ਹ ਨੂੰ ਲੈ ਜਾਵਾਂਗੇ, ਅੱਜ ਲੈ ਜਾਵਾਂਗੇ, ਕੱਲ੍ਹ ਨੂੰ ਲੈ ਜਾਵਾਂਗੇ। ठीक है, इतना करते 2 महीने में नगाते आ तो मेरा कोई कोई इसके सबब नहीं। अलावा किसी और थाने में भी आप गए? हाँ जी, उस तो बाद मैंने मिले टाउन थाने वाले ने चुक्या इसे केस 'ਚ। ਉਹ ਵੀ ਕਹਿੰਦੇ ਮੰਨ। ਉਹ ਵੀ ਨਾਲ ਕਾਕਾ ਚੇਅਰਮੈਨ ਸੀ ਸਾਡੇ ਨਾਲ ਗਿਆ। ਉਹਨੇ ਮੈਨੂੰ ਉੱਥੋਂ ਕਢਾ ਕੇ ਉਹਨੇ ਵੀ ਮਰਵਾਇਆ ਮੈਨੂੰ। ਕਹਿੰਦਾ ਤੂੰ ਇੱਥੋਂ ਵੀ ਮੰਨ। ਮੈਂ ਕਿਹਾ ਮੈਂ ਕੋਈ ਵੀ ਨਹੀਂ ਮੰਨਿਆ। जी। ਰੱਸਾ ਵੀ ਲਾਇਆ ਵਾ, ਰੂਲਾ ਵੀ ਫੇਰਿਆ, ਅਰਸ਼ਾ ਕੀਤੀ ਮੇਰੇ ਨਾਲ। मिल्लर टाउन थाने में? हाँ जी, मिले टाउन थाने में। वहाँ आपका तफ्तीशी कौन था? अकबर अली गिल। अकबर अली के। हाँ जी, वो मेरा तफ्तीशी था। ਉਹਨੇ ਮੈਨੂੰ ਮਾਰਿਆ ਵੀ, ਕੁੱਟਿਆ, ਅਰਸ਼ਾ ਕੀਤੀ ਆ। अच्छा, तो आपसे पैसों का भी मुतालबा करते रहे हैं? हाँ जी, पैसे भी ਕਹਿੰਦੇ ਸੀ ਕਿ ਕਾਕਾ ਕਹਿੰਦਾ ਮੈਂ ਦਿੱਤਾ ਵਾ 2 ਲੱਖ ਰੁਪਏ ਦਿੱਤਾ ਵਾ ਉਹਨਾਂ ਨੂੰ ਤੇ ਤੈਨੂੰ ਕੁਛ ਨਹੀਂ ਕਹੂਗੇ ਹੈਗੇ। 2 लाख रुपया किस थाने को दिया था? 2 ਲੱਖ ਰੁਪਇਆ ਉੱਥੇ ਠੀਕਰੀਵੇ ਥਾਣੇ में। ठीकरी वाले हाँ थाने जी, में? ਉਹਨੇ ਮੈਨੂੰ ਦਿੱਤਾ, ਕਹਿੰਦੇ ਹੁਣ ਤੈਨੂੰ ਕੁਛ ਨਹੀਂ ਕਹੂਗੇ। ਔਰ ਜਾਣੇ ਮੈਨੂੰ ਮਾਰਦੇ ਹੁੰਦੇ ਸੀਗੇ ਤੇ ਕਾਕਾ ਆਪ ਆ ਕੇ ਮਾਰਾਂਦਾ, ਕਹਿੰਦਾ ਜੇ ਤੂੰ ਕੀਤੀਆਂ ਵਾ ਉਹਨਾਂ ਨੂੰ ਦੱਸ ਦੇ ਤੇ ਤੈਨੂੰ ਕੁਛ ਨਹੀਂ ਕਹੂਗੇ, ਤੈਨੂੰ ਮੈਂ ਛੁਡਾ ਕੇ ਲੈ ਜਾਊਂਗਾ। जी, ਉਹ ਕਹਿੰਦੇ ਕਿ ਇਹ ਤੇ ਮਨਵਾਉਣੀਆਂ ਵਾ। ठीक ਮੈਂ ਕੋਈ ਕੀਤੀ ਨਹੀਂ, ਮੈਂ ਆਪਣੀ ਬੇਗੁਨਾਹੀ ਆਪ ਸਾਬਤ ਕੀਤੀ ਹੈ ਜੀ। ठीक। ਮੈਨੂੰ और थाना मिल्लर टाउन में? ਇੱਥੇ ਵੀ ਇਹੀ ਕਹਿੰਦੇ ਸੀਗੇ ਵੀ ਤੂੰ ਮੰਨ ਡਕੈਤੀਆਂ। इसमें भी कोई पैसे वगैरह मांगे आपसे? हाँ जी, ਇੱਥੇ ਵੀ ਮੰਗੇ ਆ ਮੇਰੇ ਕੋਲ 3 ਲੱਖ ਰੁਪਇਆ। ਮੈਂ ਕਹਿੰਦਾ ਮੈਂ ਦਿੱਤਾ ਇੱਥੇ भी। थाना मिल्लर टाउन में भी 3 लाख रुपया वो हाँ कहता जी, है? हाँ जी, तो ਉਹ फिर? ਕਹਿ ਰਿਹਾ ਹੈ। ਤੇ ਅਸੀਂ ਸਾਨੂੰ ਪਤਾ ਨਹੀਂ ਦਿੱਤੇ ਜਾਂ ਨਹੀਂ ਦਿੱਤੇ ਹੈਗੇ। ਮੈਂ ਬਾਹਰ ਆਇਆ ਵਾਂ, ਬਾਹਰ ਆ ਕੇ ਤੇ ਮੈਨੂੰ ਕਹਿੰਦਾ 7 ਲੱਖ ਰੁਪਏ ਦੇ ਉੱਤੇ ਲੱਗਾ, 7 ਲੱਖ ਦੇ हाँ। ਤੇ ਨਹੀਂ ਜੇ ਨਹੀਂ ਦੇ ਸਕਦਾ ਤਾਂ ਜਗ੍ਹਾ ਖਾਲੀ ਕਰ। ਆਏ ਆ, ਸਾਨੂੰ ਡਰਾਇਆ ਧਮਕਾਇਆ ਵੀ, ਗਾਲਾਂ ਵੀ ਕੱਢੀਆਂ, ਧੱਕੇ ਵੀ ਮਾਰ ਕੇ ਘਰੋਂ ਕੱਢਿਆ ਤੇ ਕਹਿੰਦੇ ਵੀ ਸਾਨੂੰ ਇੱਥੋਂ ਤੂੰ ਚੱਲ ਜਾ, ਜਾਂ ਪੈਸੇ ਦੇ ਦੇ ਅੱਜ ਤੇ ਜਾਂ ਚੱਲ ਜਾ। ਤੇ ਮੈਂ घर छोड़ जाए। ਮਹੱਲੇਦਾਰਾਂ ਨੇ ਮੇਰੀ ਜਾਨ ਛਡਾਈ ਆ। ਠੀਕ ਆ, ਮੈਨੂੰ ਉਹਨਾਂ ਨੇ आपके घर पे हमलावर हो गए थे? ਹਮਲਾ ਹੋਇਆ ਸੀ। कितने बंदे थे? ਉਹ ਤਕਰੀਬਨ 10-12 ਬੰਦੇ ਸੀਗੇ ਤੇ ਚੇਅਰਮੈਨ ਆਪ ਨਾਲ ਆਇਆ ਸੀਗਾ ठीक। ਤੇ ਮਹੱਲੇਦਾਰ ਨੇ ਰਲ ਕੇ ਸਾਡੀ ਜਾਨ ਛਡਾਈ ਆ। ਤੇ ਉਹਨੇ ਬੜੀ ਮਿਹਰਬਾਨੀ ਨਾਲ ਜਾਨ ਛਡਾਈ। ਸਾਨੂੰ ਤਾਂ ਇਨਸਾਫ ਚਾਹੀਦਾ ਵਾ। ਜਿਹੜੇ ਵੀ ਕਾਨੂੰਨ ਦੇ ਹੈਗੇ ਆ ਵੱਡੇ ਸਾਹਿਬ, ਸਾਨੂੰ ਸਭਾ ਨੂੰ ਇਨਸਾਫ ਚਾਹੀਦਾ ਵਾ। ਮੈਂ ਜੀ ਮਜ਼ਦੂਰ ਜਿਹਾ ਬੰਦਾ ਵਾਂ, ਰਿਕਸ਼ਾ ਚਲਾਉਣਾ ਕਿਸੇ ਦਾ ਤਰੀਕ ਤੇ। ਠੀਕ ਆ, ਮੈਂ ਤੇ ਮਾਈਆਂ ਦੇ ਖਰਚੇ ਪੂਰੇ ਕਰਦਾ ਵਾਂ, ਕਦੇ ਸਾਡੀ ਰੋਟੀ ਦਾ, ਦਵਾਈਆਂ ਦੇ। ਤੇ ਇਹਨਾਂ ਮੈਨੂੰ पता नहीं कि जी हमारे साथ मौजूद हैं अम्मा, जिनसे पूछेंगे कि इनके साथ क्या वाक़या पेश आया। उनको पता था कि इनका बेटा हवालात के अंदर बंद है या काम पर गया है। आपको तो सारा मामलात आप अपनी ज़बानी हमें बताएं कि क्या वाक़या पेश आया है।
बेटा क्या वाकया होना, मैं तो बुरी जान थी, दवाइयां के मरीज और दिल की मरीज है। ਜੀ उन्होंने सानू बहुत मुकाया, मैं 8 दिन उन्होंने पीछे लगी रही भी चलो चेयरमैन साहब शौकत चेयरमैन मैं 8 दिन मगर गई भी ये साडे पिंड दा चेयरमैन चलो साडी इमदाद करेगा, लेकिन इमदाद के बजाय उस साडिया बेड़ा गर्क कर दिता फड़ के। ਉਹਦੀ मां नू बिल्कुल गल करन दा पता नहीं, जो भी है मैं इनके साथ हूँ। लेकिन मेरा दोता जेल दे विच रहा 2.5 माह, ਉਹਦੀ खलड़ी उतार दी मार मार के। तो मैं रोंदी हुंदी सां जेल दे विचों, जिस वक्त मैं वेखदी सां हाल अपने दोते दा, ते मैं रोंदी घर आउणा। तो मैं अपनी धी नूं नहीं दस्सिया कि ਉਹਦਾ दिमाग अगे ही खराब आ, ਉਹ ਵਿਚਾਰੀ ਸ਼ੈਤਾਨ हो जाना सी। शुक्र अलहमदुलिल्लाह आन के मां का उन्हें चेहरा देखा, चेहरा पुत्र ने वेख्या, पुत्र मां ने पुत्र का वेख लिया। लेकिन ये कि इस बंदे ने साडे नाल कसर नहीं छड्डी, इतनी साडे नाल सख्ती की, धमकाया। कहता जे तेरे दोते ने मैं छड़ा सकदा, मैं तेरे दोते ने फिर फड़ा सकदा वा, मेरे च इन्नी क पावर है। मैं फिर भी क्या शौकत इंसान बन जा, साडे को नहीं पैसा हैगा, आ जाके साडे को जगह उसा दे दे जगह। कितने पैसों का मुतालबा करता 7.5 है? लाख की, 7.5 लाख की। 7.5 लाख रुपया मांग रहा है वो आपसे? हाँ जी, 7.5 लाख जी, ये जगह मैनू दे दो, हाँ। जितने लगणगे मैं ला के तुहाडा मुंडा छड़ा देगा। लेकिन दूसरे लड़के का 1 रुपया नहीं लिया, लेकिन साड़ी उन्हें छड्डी कसर नहीं पता। अच्छा, अब वो 7.5 लाख में आपके मकान पर काबज होना चाहता है? हाँ जी बिल्कुल कब्ज करना चाहता है। कोई अम्मा आपके घर पर हमलावर भी हुए? हमला बथेरा होया, लेकिन शुक्र अलहमदुलिल्लाह मेरे अल्लाह दी ज़ात दा लख शुक्र आ, असीं बच गए। लेकिन उसने कसर नहीं छड़ी कोई भी। अहले इलाका ने आपका साथ दिया? मुहल्ले वालों ने सानू साथ बहुत दिता है, ते असीं बच बचा हो गया। अब आप कब से रिहायशी हैं इस जगह में? तकरीबन मैनू 8 साल हो गए ने, इन्हों 30-35 साल हो गए थे रहंदे ने मेरी बेटी नू। मैनू 8 साल हो गए, कभी कोई कह नहीं सकता कि अम्मा ने किसी के साथ जास्ती की, लड़ाई झगड़ा किया होए। लेकिन ये 7 साल का बच्चा सी जिस वक्त इन्हों का वालद फौत होया, तो मैं इत्थे बैठी घर बार छड्ड के, अपना मियाँ छड्ड के, तो मैं इस बच्ची खातर के, इस बच्चे खातर के परवरिश हो जाए, इस माँ का सहारा बन जाए। कमली नाजरीन, अब्बास की उम्र 7 साल थी जब से ये इस घर में आए हैं और ये इनके अपनी ज़ाती मलकियत है, लेकिन जो भी मामला पेश आया उसके एवज़ में अल्लाह ताला तो कुरान पाक में फरमाता है, तुम अहले ज़मीन पर रहम करो, मैं तुम पर रहम करूँगा। ये कैसा इक़्तिदार है कि एक घर पर एक बूढ़ी माँ है और उनकी बेटी है जिनका ज़हनी तवाज़न भी दुरुस्त नहीं है। आप देख सकते हैं कि उनको कोई पता नहीं है, उनको ये भी नहीं पता कि मेरा बेटा हवालात में है या कि काम पर गया हुआ है। अम्मा, आप इस इलाके में जब आई हैं, आपके गिरदोनवा में सारे आपसे प्यार भी करने वाले लोग हैं, उन्होंने आपका भरपूर साथ दिया नहीं? दिया, बिल्कुल दिया। ये लोग आपके साथ अच्छे हैं? अच्छे भी है तो विच बुरे भी हैं जी। थोड़े अच्छे थे, ज्यादा बुरे हैं। कब्जा करने वाले जो अफराद हैं वो आपके साथ पहले कैसे थे? पहले अच्छे थे, फिर? जदों साडा लड़का अंदर हो गया ना, उसके अखियां बदल गई, ਉਹਦੀਆਂ ਅੱਖਾਂ ਬਦਲ ਗਈਆਂ कि ये है कोई नहीं, पीछे औरतां दो है ने, जिद्दां मर्जी लुट मार कर लो इन्हें। और अब्बास को उन्हीं लोगों ने हवालात में करवाया? हाँ जी बिल्कुल, शौकत ने करवाया, जो भी करवाया ना शौकत ने जास्ती करवाई है। जिस दिन मैं गई सुबह रोटी लैके मिलट टाउन थाने च, मेरा दोतरा उठ के रोन लग पिया। मैं की होया तैनूं? कहना मां राती मैनू मारिया, रस्सा बन के मारिया, मेरे उस पैरों थल्ले जमीन निकल गई कि मैं कदी उंगल नहीं सी लाई, अज इनू मार पई आ। मैं एडिया लूटिया नाल इनू पढ़ाया लिखाया, कम सिखवाए, अपने बुखार की बावजूदगी च मैं जाती रही इहदे पिछे पिछे कि नहीं ये बच्चा ना किसी पैड़ी ना बैठ जाए, किते पैड़ी। उस बच्चे ने फड़ के इन्होंने तबाही ला दी मार मार के। नाज़रीन, हमारा प्रोग्राम जो है कोई आला हुकाम इक़्तिदार में बैठे हुक्मरान देख रहे हों तो खुदारा इन माँओं की मदद करें। एक माँ जो बूढ़ी है, अपनी बेटी के साथ ज़िंदगी बसर कर रही है, जिसका ज़हनी तवाज़न भी दुरुस्त नहीं है। मेरा कैमरामैन आपको दिखाएगा, जो कि अब्बास की वालदा है और बोलने से भी कासर है। ये लोग किस तरह ज़िंदगी बसर कर रहे हैं, इनकी हेल्प करने की बजाय। नाज़रीन, अब्बास जो बीमार था और रक्षा चलाता था, तारीख पर रक्षा लिया हुआ था, इतनी हैसियत नहीं थी कि अपना भी रक्षा ले सके, और उस रक्षे से जो ज़रिया माश कमाता था वो अपनी बूढ़ी माँ और नानी के लिए कमा के लाता था। इससे और भी पूछेंगे कि इसके साथ इतना जुल्म हुआ है, ये क्या कहना चाहता है आला हुकाम से हमारे प्लेटफार्म पे।
ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਚੇਅਰਮੈਨ ਨੂੰ ਮਿੰਨਤਾਂ ਕੀਤੀਆਂ, ਮੈਂ ਕਿਹਾ ਮੈਨੂੰ ਬਹੁਤ ਕੁੱਟਦੇ ਆ ਤੇ ਮੈਨੂੰ ਬਚਾ ਲੈ ਇੱਥੋਂ। ਠੀਕ ਆ, ਕਹਿੰਦਾ ਦਵਾਈ ਦਵਾਈ ਖਾ ਤੇ ਤੈਨੂੰ ਨਾ ਜੇ ਸਹੀ ਹੋ ਜਾਊਗਾ ਤੈਨੂੰ ਲੈ ਜਾਵਾਂਗੇ ਇੱਥੋਂ। ਠੀਕ ਆ, ਉਹਨੇ ਦਵਾਈ ਦਵਾਈ ਖਵਾਈ ਆ, ਸਹੀ ਆ। ਮੇਰੇ ਨਾਲ ਦੇ ਮੁੰਡੇ ਸੀ ਉਹ ਮੈਨੂੰ ਘੁੱਟਦੇ ਨੱਪਦੇ ਰਹੇ ਸੀਗੇ। ਠੀਕ ਆ, ਮੈਂ ਥੋੜ੍ਹਾ ਬਹੁਤਾ ਸਹੀ ਹੋਇਆ ਵਾਂ ਤੇ ਮੈਂ ਕਿਹਾ ਮੈਂ ਥੋੜ੍ਹਾ ਬਹੁਤ ਠੀਕ ਆ ਤੇ ਮੈਨੂੰ ਲੈ ਜਾਓ। ਤੇ ਉਹਨੇ ਆ ਕੇ ਮੈਨੂੰ ਲੈ ਕੇ ਨਹੀਂ ਗਿਆ, ਉਹਨੇ ਫਿਰ ਜੇਲੇ ਭੇਜਤਾ ਸਾਨੂੰ। ਉੱਥੇ ਮੈਂ ਕਾਫੀ ਦੇਰ ਰਿਹਾ, ਰਹਿ ਕੇ ਬਾਅਦ ਚ ਮਿਲਟਨ ਥਾਣੇ ਕਢਾ ਲਿਆਂਦਾ। ਇੱਥੇ ਮਾਲਕੋਟ ਦੇ ਰਹੇ, ਕਹਿੰਦੇ ਇੱਥੇ ਵੀ ਤੇਰਾ ਦਰਖਾਸਤ ਕਿਸੇ ਨੇ ਦਿੱਤੀ ਸੀਗੀ ਤੇ ਇੱਥੇ ਲੈ ਆਂਦਾ। ਠੀਕ ਆ, ਇਸ ਆਪ ਨਾਲ ਗਿਆ ਸੀ ਲੈਣ। ਕਹਿੰਦਾ ਮੈਂ ਨਾ ਤਾਂ ਗਿਆ ਸੀਗਾ ਤੇ ਤੈਨੂੰ ਕੁਛ ਹੱਥ ਨਾ ਲਾਵੇ ਕੋਈ। ਠੀਕ ਆ, ਉੱਥੇ ਆ ਕੇ ਮੈਨੂੰ ਮਾਰਿਆ ਮੋੜਿਆ। ਇੱਥੇ ਮੈਨੂੰ ਕਿਹਾ, ਕਹਿੰਦਾ ਸਹੀ ਹੋਊਗਾ, ਕਹਿੰਦਾ ਤੈਨੂੰ ਇੱਥੇ ਵੀ ਬਾਹਰ ਲੈ ਜਾਣਾ ਵਾ। ਠੀਕ ਆ, ਮੈਂ ਦਵਾਈ ਦਵਾਈ ਖਾਧੀ ਤੇ ਉਹਨਾਂ ਨੇ ਆ ਕੇ ਦਿੱਤੀ ਪੁਲਿਸ ਨੇ ਆਪ ਹੀ। ਉਹਨਾਂ ਮੈਨੂੰ ਸਹੀ ਹੋਇਆ, ਮੈਂ ਕੱਢ ਕੇ ਲੈ ਗਏ। ਮੈਂ ਪੁਲਿਸ ਨੇ ਪੈੜੀ ਵੀ ਹੱਥ ਲਾਏ, ਮਿੰਨਤਾਂ ਵੀ ਉਹਨਾਂ ਦੇ ਕੀਤੀਆਂ। ਮੈਂ ਕਿਹਾ ਮੇਰੀ ਮਾਂ ਵੀ ਉਹਦੇ ਪਿੱਛੇ ਅੱਗੇ ਕੋਈ ਹੈ ਨਹੀਂ ਕਮਾਉਣ ਵਾਲਾ। ਠੀਕ ਆ, ਮੇਰੀ ਕੋਈ ਗਲਤੀ ਨਹੀਂ ਹੈ ਤੇ ਮੈਨੂੰ ਛੱਡ ਦਿਓ। ਠੀਕ ਆ, ਉਹ ਕਹਿੰਦੇ ਤੂੰ ਸਹੀ ਹੋਊਗਾ ਤੈਨੂੰ ਛੱਡ ਦੇਣਾ। ਮੈਂ ਸਹੀ ਹੋਇਆ, ਉਹਨੇ ਫਿਰ ਮੈਨੂੰ ਜੇਲੇ ਭੇਜਤਾ। ਤੇ ਸਭ ਕੁਛ ਕਰਾਉਣ ਦਾ ਕਾਕਾ ਹੀ ਕਰਾਉਣ ਦਾ, ਪਤਾ ਹੀ ਨਹੀਂ ਸਾਡੇ ਕੋਲ ਕਿਹੜੀ ਦੁਸ਼ਮਣੀ ਦਾ ਬਦਲੇ ਲੈਣ ਦਿਆ ਵਾ। आपको थाने में कितनी देर रखा? ਇੱਥੇ ਮੈਂ ਰਿਹਾ ਵਾ 10-15 ਦਿਨ ਇੱਥੇ ਰਿਹਾ ਮਿਲਟਨ ਥਾਣੇ ਦੇ ਵਿੱਚ। 2-2.5 ਮਹੀਨੇ ਮੈਂ ਉੱਥੇ ਠੀਕਰੇ ਥਾਣੇ 'ਚ ਰਿਹਾ ਵਾਂ। 2-2.5 माह आपको ठीकरी वाला थाना ने रखा, थाना के अंदर? ਹਾਂਜੀ, ਥਾਣੇ ਦੇ ਅੰਦਰ। ਕਦੀ ਸਾਨੂੰ ਬਾਹਰ ਲੈ ਜਾਂਦੇ, ਭੱਠਿਆਂ 'ਤੇ ਲੈ ਜਾਂਦੇ ਸੀਗੇ। ਉੱਥੇ ਸਾਰੀ ਦਿਹਾੜੀ ਰੱਖਦੇ ਸੀ, ਨਾ ਰੋਟੀ ਦਿੰਦੇ ਨਾ ਪਾਣੀ ਦਿੰਦੇ ਸੀਗੇ। ਉੱਥੇ ਉਹਨੂੰ ਮੰਜੀ 'ਤੇ ਬੰਨ੍ਹ ਨਹੀਂ ਰੱਖਣਾ। ਤੇ ਕਈ ਦਫਾ ਮੈਂ ਰਾਤ ਵੀ ਉੱਥੇ ਰਹਿਣਾ, ਦਿਨ ਵੀ ਉੱਥੇ ਰਹਿਣਾ। ਕਦੀ ਕਿਸੇ ਦੀ ਹਵੇਲੀ 'ਚ ਲੈ ਜਾਂਦੇ ਸੀਗੇ, ਉੱਥੇ ਵੀ ਮਾਰਦੇ ਮੂਰਦੇ ਹੁੰਦੇ ਸੀ ਮੈਨੂੰ। ਮਾਰਦੇ ਉੱਥੇ, ਕਹਿੰਦੇ ਤੂੰ ਮੰਨ ਡਕੈਤੀਆਂ। ਮੈਂ ਕਿਹਾ ਮੈਂ ਸਰ ਕੀਤੀ ਕੋਈ ਨਹੀਂ ਹੈ। ਮੈਂ ਕਿਹਾ ਆਪਣਾ ਮੈਂ ਰਕਸ਼ਾ ਕਿਸੇ ਤਰੀਕ 'ਤੇ ਚਲਾਉਂਦਾ ਵਾਂ। ਠੀਕ ਆ, ਮੈਂ ਰੋਟੀ ਪਾਣੀ ਜਾ ਕਮਾ ਕੇ ਮੈਂ ਘਰ ਦਾ ਦਿੰਦਾ ਤੇ ਆਪਣੇ ਘਰ ਦੇ ਖਰਚੇ ਪਾਣੀ ਚਲਾਉਂਦਾ। ਮੈਂ ਕਿਹਾ ਮੈਂ ਡਕੈਤੀਆਂ ਕਿੱਥੋਂ ਕਰਨੀਆਂ। ਬਾਬਰ ਜਮੀਲ ਕਹਿੰਦਾ ਸੀਗਾ, ਕਹਿੰਦਾ ਕਿ ਉਹ ਮੈਂ ਗੱਡੀ ਲੈਣ ਗਿਆ ਸੀਗਾ। ਉਹ ਮੈਨੂੰ ਕਹਿੰਦਾ ਜਿਹੜਾ ਚੇਅਰਮੈਨ ਨੇ ਕਹਿਣਾ ਨਾ ਜਗ੍ਹਾ ਵਾਲੇ ਸैन सून करने, ਉਹ ਹੀ ਕਹਿੰਦਾ तू लाजमी करने हैं। अच्छा, मुझे एक बात बताएं आप अब्बास, के ये जो पैसे हैं ये आपसे यहाँ का चेयरमैन मांग रहा है, किस नवीयत पर के पंजाब पुलिस वाले मांग रहे हैं पैसे, उनको देने हैं या क्या मामला है? इसके बारे में थोड़ी सा हमें बताएं। ਉਹ ਕਹਿੰਦਾ 7 ਲੱਖ ਰੁਪਏ ਲੱਗਾ, ਮੈਂ ਪੁਲਿਸ ਵਾਲਿਆਂ ਨੂੰ ਦਿੱਤਾ ਵਾ। ਕਹਿੰਦਾ ਬਾਬਰ ਜਮੀਲ ਨੂੰ ਵੀ ਦਿੱਤੇ ਪੈਸੇ जी, ਤੇ ਉੱਥੇ ਮਿਲਟਨ ਥਾਣੇ ਕਬੜੇ ਗਿੱਲ ਵਾ ਮੇਰੇ ਤਫਸ਼ੀਸ਼ੀ, ਉਹਨੂੰ ਵੀ ਦਿੱਤੇ ਆ। ठीकरी वाला थाना में कितने पैसे दिए? ਉੱਥੇ ਵੀ ਕਹਿੰਦਾ ਮੈਂ 2-2.5 ਲੱਖ ਰੁਪਏ ਉੱਥੇ ਵੀ ਦਿੱਤਾ ਵਾ। और मिल्लर टाउन थाना में? ਇੱਥੇ ਵੀ ਕਹਿੰਦਾ ਮੈਂ ਇੰਨੇ ਕੁ ਦਿੱਤੇ ਆ। 2-2.5 ਲੱਖ ਇੱਥੇ ਵੀ ਦਿੱਤਾ ਵਾ। 3 ਲੱਖ ਰੁਪਏ ਕਹਿੰਦਾ ਮਦਈ ਨੂੰ ਦੇਣੇ ਆ ਤੇ ਉਹ ਵੀ ਕਹਿੰਦਾ ਫਿਰ ਤੇ ਬਿਆਨ ਦਊਗਾ। तो मदई ने आपको माफ भी किया है? ਮਦਈ ਨੂੰ ਹਜੇ ਮਾਫ ਨਹੀਂ ਕੀਤਾ, ਮਦਈ ਵੀ ਇੰਨੇ ਖੜਾ ਕੀਤਾ ਵਾ। खुद ही खड़ा कर लिया? ਹਾਂਜੀ, ਮਦਈ ਵੀ ਇੰਨੇ ਖੜਾ ਕੀਤਾ ਵਾ। ਉਹਨੂੰ ਇਹ ਵੀ ਨਹੀਂ ਸੀ ਪਤਾ ਹੈਗਾ ਮੁਜਰਮ ਕਿਹੜੇ ਜਾਂ ਕਿਹੜੇ ਨਹੀਂ। ਇਹ ਮਦਈ ਜਿਹੜੇ ਸੀਗੇ ਚੇਅਰਮੈਨ ਦੇ ਨਾਲ ਗਏ ਆ, ਚੇਅਰਮੈਨ ਦਿਖਾਏ ਕਿ ਆਹ ਬੰਦੇ ਆ। ਠੀਕ ਆ, ਫਿਰ ਅਗਲੇ ਦਿਨ ਆ ਕੇ ਸਾਨੂੰ ਕਹਿੰਦੇ ਕਿ ਤੁਸੀਂ ਸਾਡੀ ਚੋਰੀ ਕੀਤੀ, ਡਕੈਤੀ ਕੀਤੀ ਆ। ये इस घर पर कब्जा करने की खातर जो मिली भगत की गई, इस बच्चे को हवालात में बंद करवाया गया और इस 7 लाख रुपया 7.5 लाख रुपए का गालबन ये बता रहे हैं कि पंजाब पुलिस के नाम पर वो चेयरमैन साहब ने लिए हैं और मांग रहा है। अगर नहीं देंगे तो इस घर से वो निकाल देंगे। अहले इलाका के भी बयान हम ले रहे हैं, हमारे साथ एक भाई बैठे हुए हैं, इनसे बात करेंगे कि इनके साथ जो वाक़या पेश आया इसमें आप कहाँ थे, आपने देखा और ये क्या वाक़या है? अस्सलाम वालेकुम। वालेकुम सलाम। सर, क्या नाम है आपका? असलम मेरा नाम। असलम साहब, जी, जी। ये इस फैमिली के साथ जो वाक़या पेश आया है वो आपको पता है सारा? जी, सारा पता है। ਰਾਤ ਨੂੰ ਇਹਨੂੰ ਬੱਚੇ ਨੂੰ ਉਹਨਾਂ ਨੇ ਲੈ ਗਏ ਨੇ ਕੱਢ ਕੇ ਇੱਥੋਂ ਤੇ ਮਾਈ ਨੇ ਸਾਨੂੰ ਦੱਸਿਆ ਜਾ ਕੇ ਮਾਈ ਮਿਲਰ ਟਾਊਨ ਥਾਣੇ ਗਈ, ਉੱਥੇ ਕੋਈ ਨਹੀਂ ਸੀ ਹੈਗਾ। ਬਾਅਦ 'ਚ ਇਸ ਬੱਚੇ ਨੇ ਕਿਸੇ ਕੋ ਫ਼ੋਨ ਕਰਵਾਇਆ ਮੇਰੇ ਨੰਬਰ 'ਤੇ ਕਿ ਮੈਨੂੰ ਠੀਕਰੀ ਵਾਲੇ ਥਾਣੇ ਵਾਲੇ ਲੈ ਆਏ ਨੇ। ਫਿਰ ਭਾਈ ਇਹਨਾਂ ਨੂੰ ਮੈਂ ਕਿਹਾ ਤੁਸੀਂ ਚੇਅਰਮੈਨ ਸਾਹਿਬ ਕੋਲ ਜਾਓ, ਕਿਉਂ ਇਲਾਕੇ ਦਾ ਚੇਅਰਮੈਨ ਆ, ਚਲੋ ਤੁਹਾਡੇ ਨਾਲ ਤੁਰੇਗਾ, ਤੁਹਾਡੇ ਨਾਲ ਖੁਦਾ ਖੌਫੀ ਕਰੇਗਾ, ਬੇਵਾ ਬੱਚੀ ਆ ਤੇ ਯਤੀਮ ਬੱਚਾ ਆ। ਉਹ ਇਹ ਚੇਅਰਮੈਨ ਕੋ ਗਏ ਨੇ, ਚੇਅਰਮੈਨ ਨੇ ਅੱਗਿਓਂ ਜਿਹੜੀ ਇਹਨਾਂ ਨਾਲ ਕਹਾਣੀ ਪਾਈ ਆ, ਮੈਂ ਅੱਜ ਲਿਆਉਣਾ, ਕੱਲ੍ਹ ਲਿਆਉਣਾ, ਅੱਜ ਲਿਆਉਣਾ। ਅਸੀਂ ਰੋਜ਼ ਆਉਣਾ, ਮਾਈ ਨੂੰ ਪੁੱਛਣਾ ਮਾਈ ਕੀ ਬਣਿਆ, ਉਹ ਕਹਿੰਦਾ ਸ਼ਾਮ ਨੂੰ ਆ ਜਾਏਗਾ। ਡੇਲੀ ਆਉਣਾ, ਮਾਈ ਅੱਜ ਆਇਆ ਨਹੀਂ, ਉਹ ਕਹਿੰਦਾ ਸ਼ਾਮ ਨੂੰ ਆ ਜਾਊਗਾ। ਮੁੜ ਕੇ ਪਤਾ ਲੱਗਾ ਕਿ ਉਹ ਕਹਿੰਦਾ ਜੀ 2.5 ਲੱਖ ਰੁਪਈਆ ਜਿਹੜਾ ਥਾਣੇ ਵਾਲੇ ਮੰਗਦੇ ਪਏ ਨੇ। ਠੀਕਰੀ ਵਾਲਾ ਥਾਣਾ ਜਿਹੜਾ ਉਹ 2.5 ਲੱਖ ਰੁਪਈਆ ਮੰਗਦਾ ਪਿਆ। ਇਹਨਾਂ ਨੂੰ ਮੈਂ ਕਿਹਾ ਫਿਰ ਹੁਣ, ਕਹਿੰਦੀ ਸਾਡੇ ਕੋਲ ਤਾਂ ਪੈਸਾ ਕੋਈ ਨਹੀਂ। ਅਸੀਂ ਉਹਨੂੰ ਕਿਹਾ ਵੀ ਤੂੰ ਪੈਸੇ ਲਾ ਲਾ, ਅਸੀਂ ਤੈਨੂੰ ਕਰਜ਼ਾ ਕਢਾ ਕੇ ਦੇ ਦਿਆਂਗੇ, ਮਾਨੀ ਕਰਾਨੀ ਜਿਹੜੇ ਤੈਨੂੰ ਪੈਸੇ ਲਾਏਗਾ ਅਸੀਂ ਤੈਨੂੰ ਕਸ਼ਫ ਜਾਂ ਕੋਈ ਫਾਊਂਡੇਸ਼ਨ ਜਿਹੜੀ ਵੀ ਕਰਜ਼ਾ ਦਿੰਦੇ ਨੇ, ਅਸੀਂ ਕਰਜ਼ਾ ਕਢਾ ਕੇ ਬੱਚਾ ਆ ਜਾਏਗਾ, ਅਸੀਂ ਕਮਾ ਉੱਧਰ ਦੇਈ ਜਾਵਾਂਗੇ, ਤੂੰ ਕਰਜ਼ਾ ਕਢਾ ਕੇ ਤੈਨੂੰ ਤੇਰੇ ਪੈਸੇ ਲਾ ਦਿਆਂਗੇ। ਨਹੀਂ ਮੰਨਿਆ ਜੀ, ਮੇਰੇ ਕੋਲ ਤਾਂ ਪੈਸਾ ਹੀ ਕੋਈ ਨਹੀਂ ਹੈਗਾ। ਬਾਅਦ ਦੇ ਵਿੱਚ ਇਹਨਾਂ ਨੇ ਕੋਈ ਜਗ੍ਹਾ ਦਾ ਮੁਤਾਲਬਾ ਕੀਤਾ ਵਾ। ਉਹ ਮੇਰਾ ਇੱਕ ਇਹਨਾਂ ਦਾ ਛੋਟਾ ਬੇਟਾ ਆ, ਉਹ ਨਾਲ ਉਹਦੇ ਰਲਿਆ ਸੀਗਾ ਚੇਅਰਮੈਨ ਦੇ ਨਾਲ। ਉਹ ਕੋਈ ਪੈਸੇ ਉਹਦੇ ਕੋਲ ਲੈ ਕੇ ਖਾਂਦਾ ਸੀ, ਜੋ ਉਹ ਕਹਿੰਦਾ ਸੀ ਉਹ ਕਰਵਾਈ ਜਾਂਦਾ ਸੀ। ਇਹ ਹੱਤਾ ਕਿ 2 ਮਾਹ ਗੁਜ਼ਰ ਗਏ, ਬੱਚਾ ਫਿਰ ਨਹੀਂ ਆਇਆ।
तो माँ में भी ਨਹੀਂ ਆਇਆ ਠੀਕਰੀ ਵਾਲਾ ਥਾਣਾ। ਅਸੀਂ ਮੈਂ ਮਾਈ ਨੂੰ ਪੁੱਛਿਆ, ਮਾਈ ਇਹ ਕੀ ਮਾਮਲਾ ਵਾ, ਕੀ ਮਸਲਾ? ਕਹਿੰਦੀ ਜੀ ਸਾਨੂੰ ਤੇ ਉਹ ਰੋਜ਼ ਹੀ ਕਹਿੰਦਾ ਮੈਂ ਅੱਜ ਲਿਆਉਣਾ ਵਾ, ਕੱਲ੍ਹ ਲਿਆਉਣਾ। ਹਤਾ ਕਿ ਇੱਥੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਇਹਨਾਂ ਨੇ, ਠੀਕਰੀ ਥਾਣੇ ਵਾਲਿਆਂ ਨੇ। ਜੀ ਉੱਥੋਂ ਜੇਲ੍ਹ 'ਚੋਂ ਮੁੜ ਕੇ ਇਹ ਮਿਲਟਾਊਨ ਥਾਣੇ ਵਾਲੇ ਕਢਵਾ ਲਿਆਏ ਨੇ। ਇਹ ਨਾਲ ਸੀਗਾ ਕਾਕਾ ਚੇਅਰਮੈਨ, ਬੱਚਾ ਦੱਸਦਾ। ਇੱਥੇ ਲਿਆਏ ਆ ਤੇ ਇੱਥੇ ਰਾਤ ਆਣ ਕੇ ਇਹਨੂੰ ਰੱਸਾ ਰੁੱਸਾ ਲਾਇਆ, ਮਾਰਿਆ ਕੁੱਟਿਆ। ਮਾਈ ਰੋਂਦੀ ਸਾਡੇ ਕੋਲ ਆਈ, ਸਾਨੂੰ ਕਹਿਣ ਲੱਗੀ ਕਿ ਬੱਚੇ ਨੂੰ ਬਹੁਤ ਮਾਰਿਆ ਵਾ ਤੇ ਕੀ ਮਾਮਲਾ ਵਾ। ਕਿ ਅਸੀਂ ਫਿਰ ਗਏ ਆ ਉੱਥੇ, ਇਹਨੂੰ ਪੁੱਛਿਆ, ਇਹਨੇ ਕਿਹਾ ਰਾਤ ਮੈਨੂੰ ਬਹੁਤ ਮਾਰਿਆ ਹੈਗਾ। ਉਹ ਫਿਰ ਸਾਡਾ ਇੱਕ ਜਾਣਨ ਵਾਲਾ ਸੀਗਾ, ਉਹ ਆਣ ਕੇ ਉਹਨੇ SHO ਨੂੰ ਪੁੱਛਿਆ ਵੀ ਕੀ ਮਾਮਲਾ ਵਾ, ਕਿਉਂ ਮਾਰਦੇ ਹੋ ਤੁਸੀਂ ਇਸ ਬੱਚੇ ਨੂੰ? ਉਹ ਇਹੋ ਜੀ ਡਕੈਤੀਆਂ ਇਹਨੇ ਕੀਤੀਆਂ ਜੀ। ਚੇਅਰਮੈਨ ਲੈ ਕੇ, ਚੇਅਰਮੈਨ ਨੇ ਕਿਹਾ ਜੀ ਕੋਈ ਡਕੈਤੀਆਂ ਬਣਾਓ, ਲੇਕਿਨ ਇਹਨੇ ਡਕੈਤੀ ਕੋਈ ਨਹੀਂ ਕੀਤੀ। ਯਤੀਮ ਬੱਚਾ 30-35 ਸਾਲ ਤੋਂ ਅਸੀਂ ਜਾਣਦੇ, ਛੋਟਾ ਜਿਹਾ ਸੀ ਜਦੋਂ ਇਹਦਾ ਬਾਪ ਫੌਤ ਹੋ ਗਿਆ। ਤੇ ਇਸ ਨਾਨੀ ਨੇ ਆਣ ਕੇ ਇਹਨੂੰ ਪਾਲਿਆ, ਇਸ ਨਾਨੀ ਨੇ ਇਸ ਘਰ ਦੀ ਰਕਸ਼ਾ ਕੀਤੀ। ਇਹ ਜਿਹੜੀ ਬਾਜੀ ਆ, ਇਹ ਵਿਚਾਰੀ, ਇਹਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ। ਇਹਨੂੰ ਇਹੀ ਦੱਸਦੇ ਰਹੇ ਕਿ ਬੱਚਾ ਕੰਮ ਤੇ ਗਿਆ, ਉਹ ਬੱਚਾ ਕੰਮ ਤੇ ਗਿਆ, ਬੱਚਾ ਕੰਮ ਤੇ ਗਿਆ। उनको पता ही नहीं है। ਪਤਾ ਹੀ ਨਹੀਂ ਹੈ। तो रोज़ ही पूछती, अब्बास नहीं घर आਉਂਦਾ, अब्बास अच्छा नहीं भाई, घर ये मुझे ये बताएं कि इस घर पर हमला भी हुआ है? हमला हुआ कब? तकरीबन 3-4 दिन पहले। तो वो इधर के लोग थे? इधर के लोग चेयरमैन साथ था, चेयरमैन साथ था? साथ था। उसने ਉਹਨੇ ਕਿਹਾ ਵੀ ਤੁਸੀਂ ਜਗ੍ਹਾ ਵਿਹਲੀ ਕਰੋ ਜਾਂ ਪੈਸੇ ਦਿਓ, ਜਾਂ 7 ਲੱਖ ਦਾ 7 ਲੱਖ ਮੈਨੂੰ ਦਿਓ, ठीक। ਨਹੀਂ ਤੇ ਜਗ੍ਹਾ ਵਿਹਲੀ ਕਰ ਦਿਓ ਇੱਥੋਂ। नहीं, 7 लाख उसने लगाया या उसने कहा कि पुलिस को देने हैं? ਉਹਨੇ ਕਿਹਾ ਕਿ ਮੈਂ ਪੁਲਿਸ ਨੂੰ ਦਿੱਤੇ ਨੇ 2.5 ਲੱਖ रुपये ਦਿੱਤਾ ਵਾ ਉੱਥੇ ठीकरी वाला थाना में। इधर मदई को 3.5 लाख रुपया देना है। कुछ मैंने इधर मिलर टाउन थाने में पैसे दिए है। इस वास्ते मैनू ये पैसे चाहिए। वरना ये घर अगर ये नहीं करोगे तो मैं जे अगर इन्हू छुड़ा सकदा, मैं इन्हू ऐसा तनावांगा कि मुड़ के तुहानू नज़र भी नहीं अच्छा आएगा। धमकियां भी लगा रहा है। धमकियां भी उनके साथ जो वाकया पेश आया है, इस उस वक्त ये आप लोग इधर ही थे? बाजी अस्सलाम वालेकुम। वालेकुम सलाम। बाजी, ये जो वाकया पेश आया अम्मा के साथ, आप इसको पता है? ਹਾਂਜੀ ਮੈਂ ਇੱਥੇ ਦੀ ਰਹਾਇਸ਼ੀ ਹਾਂ ਨਾ, ਤੇ ਇਹਨਾਂ ਨਾਲ ਜੋ ਵੀ ਜ਼ਿਆਦਤੀ ਹੋਈ ਹੈ ਬਹੁਤ ਬੁਰਾ ਹੋਇਆ ਹੈ। ਪਰ ज्यादती ਇਹਨਾਂ हुई? ਨੇ ਅੰਮਾ ਨੇ ਬਹੁਤ ਦਗੋ ਕੀਤੀ, ਦੌੜ ਭੱਜ ਕੀਤੀ, ਪਰ ਇਹਨਾਂ ਦੀ ਕਿਸੇ ਨੇ ਨਹੀਂ ਸੁਣੀ ਹੈ। ये घर इनकी जाती मलकियत है? ਹਾਂਜੀ ਅਸੀਂ ਸ਼ੁਰੂ ਤੋਂ ਇਹਨਾਂ ਨੂੰ 30 ਸਾਲ ਤੋਂ ਦੇਖ ਰਹੇ ਹਾਂ, ਇੱਥੇ ਦੇ रहायशी हैं। तो जब वो कब्जा ग्रुप आया है इनके ऊपर कब्जा करने के लिए इस जगह पे, आप लोगों को पता था इस चीज़ का? ਦੇਖੋ ਜੀ ਸ਼ੋਰ ਸ਼ਰਾਬਾ ਹੋਇਆ ਹੈ, ਅਸੀਂ ਆਏ ਮਹੱਲੇ ਵਾਲੇ, ਇਹਨਾਂ ਨੂੰ ਛੁਡਾਇਆ ਹੈ, जी। ਪਰ ਉਹ ਜ਼ਿਆਦਾ ਸੀਗੇ, ਮਰਦ ਸੀ, ਅਸਲਾ ਸੀ ਇਹਨਾਂ ਕੋਲ, अच्छा। ਅਸੀਂ ਕੁਝ ਨਹੀਂ ਕਰ ਸਕਦੇ ਸੀ। ਜੀ। ਜ਼ਾਹਰ ਹੈ ਹਰ ਕਿਸੇ ਨੂੰ ਜਾਨ ਪਿਆਰੀ ਹੈ, जी जी। ਤੇ ਇਸ ਵਾਸਤੇ ਮਿਹਰਬਾਨੀ ਹੈ ਵਜ਼ੀਰ ਆਲਾ ਤੋਂ, वज़ीर आज़म तो पिना देना माली नाज़रीन, इमदाद अहले को- इलाका की ये बहनें भी आला हुकाम से अपील करना चाहती हैं कि इनकी मदद की जाए। मेरे साथ एक नाज़रीन, मैं आपको इस अब्बास के घर की हालत दिखाता हूँ। आप देखें कि ऐसे डकैतों के घर होते हैं या शरीफ लोगों के होते हैं, या वो गरीब जो एक दिन की रोटी नहीं जिनके पास है, वो क्या डकैतियाँ करेंगे, क्या मामलात हैं उनके पास। मेरा कैमरामैन अब्बास की वालदा और नानी को भी दिखाएगा आपको कि इनसे बोला भी नहीं जाता और ज़हनी तवाज़न भी इनका दुरुस्त नहीं है। इनको क्या पता मेरा बेटा किस मुश्किल में है और क्या कर रहा है। ये तो ये समझ रही थी ये 2-2.5 माह से काम पर गया हुआ है, इनको क्या पता। ये देखें, इनसे बोला भी नहीं। अस्सलाम वालेकुम। ये बोल नहीं सकती और इनकी वालदा हैं जो बुढ़ापे में भी अपनी बेटी के साथ हैं और इनकी मदद के लिए बैठी हुई हैं इनके पास। अम्मा कैसी हैं आप? ਬਿਲਕੁਲ ਠੀਕ ਠਾਕ, ਸ਼ੁਕਰ ਅਲਹਮਦੁਲਿਲਾ। ਅਸੀਂ ਇਸੇ ਨੂੰ ਉਹਦੀ ਮਾਂ ਨੂੰ ਇਹ ਕਿਹਾ ਸੀ ਕਿ ਕੰਮ ਤੇ ਗਿਆ ਹੈ, ਤੇ ਹੁਣ ਪੁੱਛਦੀ ਕਿ ਮਾਂ ਅਬਾਸ ਨੂੰ ਕਿ ਅਬਾਸ ਪੈਸੇ नहीं ਲਿਆਂਦੇ, ਹੁਣ ਰੋਟੀ ਕਿੱਥੋਂ ਖਾਣੀ। अब्बास का पता ही नहीं है इनको कि अब्बास कहाँ है कहाँ नहीं। इनका ज़हनी तवाज़ुन भी दुरुस्त नहीं है। लेकिन ज़ालिम लोग हैं जो ये देखें कि जिनके घर में एक दिन का खाना ना हो वो डकैतियाँ करेंगे। मेरी आला हुकाम से भरपूर अपील है कि इस घर को इंसाफ फराहम किया जाए। और बाहर से भी आपको दिखाते हैं कि इनका घर कैसा है, किस तरीके से इस गर्मी के मौसम में ये यहाँ ज़िंदगी बसर कर रहे हैं। ये आप देखें कि ये लोग डकैत हैं या किस तरह की ज़िंदगी है इन लोगों की। खुदारा इनकी हेल्प करें। CPO फैसलाबाद से अपील है कि इनको इंसाफ फराहम किया जाए। मज़ीद ऐसे प्रोग्राम देखने के लिए हमारा चैनल 1 by 1 न्यूज़ HD को सब्सक्राइब करें, लाइक करें, शेयर करें
تاکہ ہمارا ہر آنے والا پروگرام آپ کو موصول ہو سکے۔